ਹੁਣ ਇੱਕ ਸਵਾਲ ਇਹ ਬੜਾ ਸਪਸ਼ਟ ਉੱਠਦਾ ਹੈ ਕਿ ਸਿੱਧੂ ਸਾਹਿਬ ਤੁਸੀਂ ਕਾਂਗਰਸ ਦੇ ਪ੍ਰਧਾਨ ਬਣ ਗਏ, ਤੁਹਾਡੀ ਪੰਜਾਬ 'ਚ ਸਰਕਾਰ ਹੈ, ਇਹ ਸਰਕਾਰ ਕਿਉਂ ਨਹੀਂ ਇਨਸਾਫ ਦੇ ਰਹੀ? ਆਪਣਾ ਮੂੰਹ ਜਿਹੜੇ ਕਦੇ ਚੁੱਪ ਨਹੀਂ ਰਹਿੰਦੇ, ਆਪਾਂ ਮੂੰਹ ਬੁੱਲ ਕਿਉਂ ਸੀ ਲਏ? ਕੀ ਦਰਦ ਹੈ ਸਿਮਰਜੀਤ ਸਿੰਘ ਬੈਂਸ ਨਾਲ? ਤੁਹਾਤੋਂ ਪਰਮਿਸ਼ਨ ਲੈ ਕੇ ਇਹ ਕੰਮ ਹੋਏ ਸਾਰੇ? ਕਿਉਂ ਨਹੀਂ ਇਹਨਾਂ ਤੇ ਕਾਰਵਾਈ ਹੋ ਰਹੀ? ਸਰਕਾਰ ਨੂੰ ਜਵਾਬ ਦੇਣਾ ਪਊਗਾ। ਦੂਸਰਾ ਸਾਡੇ ਮੰਤਰੀ ਜੀ ਆਸ਼ੂ ਜੀ, ਉਹਨਾਂ ਦਾ ਰਿਸ਼ਤੇਦਾਰ ਹੈ ਇਹਦਾ, ਸਿਮਰਜੀਤ ਸਿੰਘ ਬੈਂਸ ਦਾ ਪੀਏ ਹੈ। ਦੇਖੋ ਪੰਜਾਬੀ ਦੀ ਕਹਾਵਤ ਹੈ ਕਿ ਬੱਕਰੇ ਦੀ ਮਾਂ ਕਿੰਨੀ ਚਿਰ ਖੈਰ ਮਨਾਊਗੀ। ਰੱਬ ਦੀਆਂ ਚੱਕੀਆਂ ਚੱਲਦੀਆਂ ਹੌਲੀ ਨੇ ਪਰ ਪੀਂਦੀਆਂ ਬੜਾ ਬਰੀਕ ਨੇ। ਹੁਣ ਉਹ ਬਰੀਕ ਪੀਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਪੁਲਿਸ ਨਿਜ਼ਾਮ ਲੁਧਿਆਣਾ ਤੋਂ, ਕਮਿਸ਼ਨਰ ਪੁਲਿਸ ਤੋਂ ਲੁਧਿਆਣਾ ਤੋਂ ਮੰਗ ਕਰਦਾ ਹੈ, ਬਹੁਤ ਮਦਦ ਕਰ ਲਈ ਤੁਸੀਂ ਕਮਿਸ਼ਨਰ ਸਾਹਿਬ, ਹੁਣ ਤਰਸ ਕਰੋ ਉਸ ਗਰੀਬ ਔਰਤ ਤੇ। ਇਸ ਸਾਰੇ ਐਪੀਸੋਡ ਦੇ ਵਿੱਚ ਦਿਨਕਰ ਗੁਪਤਾ ਉਸ ਕੁਰਸੀ ਤੇ ਬੈਠਣ ਦੇ ਲਾਇਕ ਨਹੀਂ। ਅੱਜ ਦਿਨਕਰ ਗੁਪਤਾ ਜੀ ਨੂੰ ਮੈਂ ਮਿਲ ਕੇ ਕਹਿ ਕੇ ਆਇਆ ਸੀ ਤੇ ਮੈਂ ਕਿਹਾ ਸੀ ਮੈਂ ਚੀਕਾਂ ਮਾਰ-ਮਾਰ ਤੁਹਾਡੇ ਖਿਲਾਫ ਬੋਲੂੰਗਾ ਜੇ ਤੁਸੀਂ ਇਨਸਾਫ ਨਾ ਦਿੱਤਾ। ਇਹ ਲੁਧਿਆਣਾ ਪੁਲਿਸ ਨੂੰ ਬੇਬਸ ਕਰਨ ਵਾਲੇ ਦਿਨਕਰ ਗੁਪਤਾ ਜੀ ਹੈ। ਭਾਰਤ ਭੂਸ਼ਣ ਆਸ਼ੂ ਨੇ ਓਪਨ ਸਪੋਰਟ ਕੀਤੀ ਹੈ ਤੇ ਉਹਨਾਂ ਦੀ ਧਰਮ ਪਤਨੀ ਮਮਤਾ ਜੀ ਜਿਹੜੀ ਖੁੱਲੀ ਛੱਡੀ ਹੋਈ ਹੈ, ਥਾਣੇ 'ਚ ਜਾ ਕੇ ਉਬਲੀ ਸੀਗੀ, ਉੱਥੇ ਸਾਡੇ ਲੀਡਰ ਸਾਹਿਬਾਨ ਦੇ ਨਾਲ ਬੈਠ ਕੇ ਉਹਨੇ ਕਬੂਲ ਕੀਤਾ ਹੈ ਕਿ ਆਸ਼ੂ ਦੇ ਉਹਦੇ ਨਾਲ ਸੰਬੰਧ ਹੈ, ਆਸ਼ੂ ਦੀ ਉਹਦੇ ਨਾਲ ਮਿੱਤਰਤਾ ਹੈ। ਇਹ ਜਦੋਂ ਕਿ ਹਾਲੀ ਐਪਲੀਕੇਸ਼ਨ ਆਈ ਸੀ ਉਹ ਬੀਬਾ ਦੀ, ਇਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਉਹਦੇ ਵਿੱਚ ਸੀਗੇ ਸਾਰੇ ਜਾਣੇ। ਇਹ ਕਹਿੰਦੇ ਥੋੜ੍ਹੇ ਦਿਨਾਂ 'ਚ ਸੱਚ ਪ੍ਰਗਟ ਹੋ ਜਾਊਗਾ। ਐ ਉੱਚੀਆਂ ਉੱਚੀਆਂ ਬਾਹਾਂ ਕਰਕੇ ਕਹਿੰਦਾ ਸੀ ਨਾ ਤੇ ਮੈਨੂੰ ਕਿ ਥੋੜ੍ਹੇ ਦਿਨਾਂ 'ਚ ਸੱਚ ਪ੍ਰਗਟ ਹੋ ਗਿਆ। ਇਹ ਲੋਕਾਂ ਨੇ, ਜਿਹੜੇ ਲੋਕ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਸਕੂਲਾਂ ਦੀਆਂ ਫੀਸੀਆਂ ਨਹੀਂ ਦੇ ਸਕਦੇ, ਅੱਜ ਅਰਬਾਪਤੀ ਕਿੱਥੋਂ ਬਣ ਗਏ? ਇਸ ਕਰਕੇ ਮੈਂ ਤਾਂ ਸਮਝਦਾ ਜਿੱਥੇ ਰਾਲ ਕੇਸ ਇਹਨਾਂ ਦੀ CBI ਇਨਕੁਆਇਰੀ ਵੀ ਹੋਣੀ ਚਾਹੀਦੀਆਂ, ਜਿੰਨੀਆਂ ਪ੍ਰਾਪਰਟੀਆਂ ਬਣਾਈਆਂ ਇਹਨਾਂ ਨੇ। ਇਹਨਾਂ ਦੇ ਇਸ ਕਾਰਨਾਮੇ ਨੇ ਸਾਡੇ ਸਾਰੇ ਰਾਜਨੀਤਿਕ ਲੋਕਾਂ ਦੇ ਉੱਤੇ ਇੱਕ ਐਸੀ ਸ਼ੱਕ ਦਾ ਨਜ਼ਰੀਆ ਬਣਾਤਾ ਲੋਕਾਂ ਦਾ ਵੀ ਇਹ ਕਿਸ ਤਰ੍ਹਾਂ ਦੇ ਲੋਕ ਨੇ। ਹਰੇਕ ਬੰਦਾ ਸ਼ੱਕੀ ਬਣਾਤਾ ਇਹਨਾਂ ਨੇ। ਜਦੋਂ ਇਹ ਰਾਜਨੀਤੀ 'ਚ ਆਏ ਨੇ ਜਾਂ MLA ਬਣੇ ਨੇ, ਉਦੋਂ ਇਹ ਗੱਲਾਂ ਕਰਦੇ ਸੀ ਵੀ ਅਸੀਂ 117 MLA ਨੂੰ ਸਿਖਾਵਾਂਗੇ ਰਾਜਨੀਤੀ, ਆਦਰਸ਼ ਸਿਖਾਵਾਂਗੇ, ਵੱਡੀਆਂ ਗੱਲਾਂ ਕਰਦੇ ਸੀ। ਪਰ ਹੁਣ ਸਾਨੂੰ ਆਪਣੇ ਆਪ ਅਸੀਂ ਮਹਿਸੂਸ ਕਰਦੇ ਵੀ ਯਾਰ ਲੋਕ ਸਾਨੂੰ ਵੀ ਇਸ ਤਰ੍ਹਾਂ ਹੀ ਸੋਚਦੇ ਹੋਣਗੇ, ਸਾਡੇ ਬਾਰੇ ਵੀ ਇਹੀ ਕੋਈ ਵਿਚਾਰ ਕਰਦੇ ਹੋਣਗੇ। ਕਾਫੀ ਲੰਬੇ ਸਮੇਂ ਤੋਂ ਪੀੜਤ ਮਹਿਲਾ ਲੁਧਿਆਣਾ ਦੇ ਕਮਿਸ਼ਨਰ ਆਫਿਸ ਦੇ ਬਾਹਰ ਧਰਨਾ ਦੇ ਰਹੀ ਹੈ। ਕਾਫੀ ਲੰਬੇ ਸਮੇਂ ਤੋਂ ਧਰਨਾ ਦੇਣ ਤੋਂ ਬਾਅਦ ਅਖੀਰ ਉਸ ਪੀੜਤ ਔਰਤ ਦੀ ਗੱਲ ਸੁਣੀ ਗਈ ਅਤੇ ਸਿਮਰਜੀਤ ਬੈਂਸ ਦੇ ਖਿਲਾਫ FIR ਦਰਜ ਕਰਨ ਦੇ ਹੁਕਮ ਜਾਰੀ ਹੋ ਗਏ, ਜਿਸ ਤੋਂ ਬਾਅਦ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਆਪਣੇ ਖਿਲਾਫ ਦੁਸ਼ਕਰਮ ਮਾਮਲੇ ਦੇ ਵਿੱਚ ਦਰਜ ਹੋਈ FIR ਦੇ ਰੱਦ ਕਰਨ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸਿਮਰਜੀਤ ਬੈਂਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਉਹਨਾਂ ਉੱਤੇ FIR ਜੋ ਦਰਜ ਕੀਤੀ ਜਾ ਰਹੀ ਹੈ ਉਸ ਨੂੰ ਰੱਦ ਕੀਤਾ ਜਾਵੇ, ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਦਰਜ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਦਰਜ ਕੀਤੀ ਗਈ ਪਟੀਸ਼ਨ ਦੇ ਰੱਦ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ, ਜਥੇਦਾਰ ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ ਅਤੇ ਹੋਰ ਕਈ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮੌਜੂਦ ਸਨ। ਅੱਜ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਹੋਇਆ ਕਾਨੂੰਨ ਦੀ ਨਿਗਾਹ ਨਾਲ, ਕਿਉਂਕਿ ਜਦ ਸਰਕਾਰਾਂ ਇਨਸਾਫ ਦੇਣ ਵਿੱਚ ਫੇਲ ਹੋ ਜਾਣ, ਜਦ ਪੁਲਿਸ ਦੋਸ਼ੀ ਦੀ ਮਦਦ ਕਰਨ ਲੱਗ ਪਵੇ, ਜਦ ਕਿਸੇ ਬੇਸਹਾਰਾ ਦਾ ਕੋਈ ਸਹਾਰਾ ਨਾ ਰਹੇ, ਤੇ ਉਦੋਂ ਇੱਕੋ ਇੱਕ ਕਿਰਨ ਰਹਿ ਜਾਂਦੀ ਹੈ ਡੈਮੋਕ੍ਰੇਸੀ ਵਿੱਚ, ਉਹ ਅਦਾਲਤ। ਇਸ ਬੀਬੀ ਜੀ ਨੇ ਅੱਜ ਤੋਂ ਤਕਰੀਬਨ 7.5 ਮਹੀਨੇ ਪਹਿਲਾਂ ਸਿਮਰਜੀਤ ਸਿੰਘ ਬੈਂਸ ਦੇ ਬਲਾਤਕਾਰ ਦੇ ਦੋਸ਼ ਲਾਏ ਸੀ। ਕੰਪਲੇਂਟ ਕਮਿਸ਼ਨਰ ਦੇ ਫਾਈਲ ਕੀਤੀ, ਕਮਿਸ਼ਨਰ ਸਾਹਿਬ ਨੇ ਸਿੱਟ ਬਣਾਤੀ ਤੇ 7.5 ਮਹੀਨੇ ਵਿੱਚ ਸਿੱਟ ਫੈਸਲਾ ਹੀ ਨਹੀਂ ਕਰ ਸਕੀ ਕਿ ਦੋਸ਼ ਦੇ ਆਧਾਰ ਤੇ ਕੋਈ ਕਾਰਵਾਈ ਕੀਤੀ ਜਾਵੇ ਕਿ ਨਾ ਕੀਤੀ ਜਾਵੇ। ਹਰੀਸ਼ ਰਾਏ ਟਾਂਡਾ ਸਾਡੇ ਪਾਰਟੀ ਦੇ ਜਿਹੜੇ ਜਨਰਲ ਸੈਕਟਰੀ ਹੈ ਤੇ ਬੜੇ ਸੀਨੀਅਰ ਵਕੀਲ ਹੈ ਤੇ ਬਾਰ ਦੇ ਪ੍ਰੈਜ਼ੀਡੈਂਟ ਰਹੇ ਹੈ, ਇਹਨਾਂ ਨੇ ਫਿਰ ਉਹਨੂੰ ਕਾਨੂੰਨੀ ਸਹਾਰਾ ਦਿੱਤਾ ਤੇ ਉਹਦੀ ਆਸ ਦੀ ਕਿਰਨ ਬਚੀ। ਇਹ ਸਾਰੀ ਐਫਰਟਸ ਤੋਂ ਬਾਅਦ ਲੁਧਿਆਣਾ ਮੈਜਿਸਟ੍ਰੇਟ ਕੋਰਟ ਨੇ 156(3) ਤਹਿਤ
ਪੁਲਿਸ ਨੂੰ ਡਾਇਰੈਕਸ਼ਨ ਦਿੱਤੀ FIR ਰਜਿਸਟਰ ਕਰਨ ਦੀ, ਤੇ ਉਹ 15 ਤਰੀਕ ਤੱਕ ਉਹਨਾਂ ਨੇ ਕਿਹਾ ਸੀਗਾ ਕਿ FIR ਰਜਿਸਟਰ ਕੀਤਾ ਜਾਵੇ। ਉਸ ਦੌਰਾਨ ਦੋਸ਼ੀ ਸਿਮਰਜੀਤ ਸਿੰਘ ਬੈਂਸ ਤੇ ਇਹਦੇ 6 ਸਾਥੀ ਇਹ ਹਾਈ ਕੋਰਟ 'ਚ ਚਲੇ ਗਏ, ਜਿਹਦੇ ਵਿੱਚ ਉਹਨਾਂ ਨੇ ਜਿਹੜੀ ਰਿਵੀਜ਼ਨ ਦੇ ਆਧਾਰ ਤੇ ਦੁਬਾਰਾ ਮੈਜਿਸਟ੍ਰੇਟ ਕੋਲ ਆਈ ਸੀ ਉਹ ਵੀ ਚੈਲੰਜ ਕੀਤੀ, ਮੈਜਿਸਟ੍ਰੇਟ ਦਾ ਆਰਡਰ ਰਜਿਸਟ੍ਰੇਸ਼ਨ ਆਫ FIR ਵੀ ਚੈਲੰਜ ਕੀਤਾ। ਇਹ 14 ਤਰੀਕ ਨੂੰ ਹਾਈ ਕੋਰਟ ਵਿੱਚ ਆਰਗੂਮੈਂਟਸ ਹੋਈਆਂ ਸੀ, ਤੇ ਆਰਗੂਮੈਂਟਸ ਤੋਂ ਬਾਅਦ ਜੱਜਮੈਂਟ ਰਿਜ਼ਰਵ ਰੱਖੀ ਗਈ ਸੀ। ਅੱਜ ਮਾਨਯੋਗ ਹਾਈ ਕੋਰਟ ਨੇ ਆਪਣੀ ਜੱਜਮੈਂਟ ਪ੍ਰੋਨਾਉਂਸ ਕੀਤੀ ਹੈ, ਤੇ ਉਸ ਜੱਜਮੈਂਟ ਵਿੱਚ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਮਾਨਯੋਗ ਜੱਜ ਸਾਹਿਬ ਨੇ ਲਿਖਿਆ ਹੈ ਕਿ ਜੋ ਥੱਲੇ ਵਾਲੀਆਂ ਅਦਾਲਤਾਂ ਨੇ ਫੈਸਲਾ ਕੀਤਾ ਉਹ ਬਿਲਕੁਲ ਸਹੀ ਆ, ਕਾਨੂੰਨ ਦੇ ਦਾਇਰੇ 'ਚ ਹੈ, ਤੇ ਇਹਦੇ ਵਿੱਚ ਹਾਈ ਕੋਰਟ ਦਾ ਕਿਸੇ ਤਰ੍ਹਾਂ ਦਾ ਕੋਈ ਵਿਘਨ ਪਾਉਣ ਦਾ ਨਹੀਂ ਕਾਰਨ ਬਣਦਾ, ਜਿਸ ਦਾ ਮਤਲਬ ਕਿ ਜੋ ਕੰਮ ਸਰਕਾਰ ਨਹੀਂ ਕਰ ਸਕੀ ਬਦਨੀਤੀ ਨਾਲ, ਜੋ ਕਾਂਗਰਸ ਨੇ ਹੋਣ ਨਹੀਂ ਦਿੱਤਾ, ਉਹ ਸਾਨੂੰ ਅਦਾਲਤ ਤੋਂ ਅੱਜ ਇਨਸਾਫ ਮਿਲਿਆ। ਇਸ ਗੱਲ ਲਈ ਬੜੀ ਸ਼ਲਾਘਾ ਕੀਤੀ ਹੈ ਅਕਾਲੀ ਦਲ ਵੱਲੋਂ ਉਸ ਔਰਤ ਦੀ ਵੀ, ਜਿਹਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸੱਤਾ ਦੇ ਨਸ਼ੇ ਵਿੱਚ ਚੂਰ ਇਸ ਸਿਮਰਜੀਤ ਸਿੰਘ ਬੈਂਸ ਨੂੰ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦੇ ਅੱਗੇ ਦਬਾ ਕੇ ਉਹ ਝੁਕੀ ਨਹੀਂ। ਦੂਸਰੀ ਗੱਲ ਕਿ ਇਹ ਬੜਾ ਰੌਲਾ ਪਾਇਆ ਆਸ਼ੂ ਦੀ ਘਰ ਵਾਲੀ ਮਮਤਾ ਨੇ ਵੀ ਕਿ ਹਰੀਸ਼ ਰਾਏ ਢਾਂਡਾ ਹੀ ਇਕੱਲਾ ਰੌਲਾ ਪਾਈ ਜਾਂਦਾ, ਸਾਰੀ ਅਕਾਲੀ ਲੀਡਰਸ਼ਿਪ ਬੈਠੀ ਹੈ, ਅਕਾਲੀ ਦਲ ਦੀ ਸਮੁੱਚੀ ਪਾਰਟੀ ਬੈਠੀ ਹੈ। ਹਰੀਸ਼ ਰਾਏ ਢਾਂਡਾ ਨੇ ਇੱਕ ਬਹੁਤ ਨੋਬਲ ਕਾਜ਼ ਕੀਤਾ, ਜਿਹੜਾ ਇੱਕ ਵਕੀਲ ਤੇ ਇੱਕ ਡਾਕਟਰ ਪ੍ਰੋਫੈਸ਼ਨ ਵਿੱਚ ਬਣਦਾ ਵੀ ਹੈ, ਕਿ ਉਸ ਦਾ ਕੇਸ ਕੀਤਾ, ਤੇ ਉਸ ਕੇਸ ਵਿੱਚ ਲੀਗਲੀ ਜੋ ਆਰਡਰ ਬਣਦੇ ਸੀਗੇ ਉਹ ਆਰਡਰ ਕਰਵਾਏ, ਤੇ ਉਸ ਤੋਂ ਬਾਅਦ ਕੇਸ ਰਜਿਸਟਰ ਹੋਇਆ। ਹੁਣ ਸਵਾਲ ਉੱਠਦੇ ਹੈ 3 ਕਿ ਪੁਲਿਸ ਬੇਈਮਾਨ ਕਿਉਂ ਹੋਈ, ਪੁਲਿਸ ਨੇ ਕਿਉਂ ਨਹੀਂ ਇਨਸਾਫ ਦਿੱਤਾ ਉਸ ਅਬਲਾ ਨੂੰ। ਦੂਸਰਾ, ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਬੜੇ ਬਾਹਾਂ ਮਾਰ ਕੇ ਅੱਜ ਕਹਿੰਦੇ ਆ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ, ਉਹਨਾਂ ਦੀ 11 ਦਿਨ ਜੀਵਤ ਪੰਜਾਬ ਪਾਰਟੀ ਸੀ ਜਿਹੜੀ ਪਹਿਲੀਆਂ ਪਿਛਲੀਆਂ ਚੋਣਾਂ ਤੋਂ ਬਾਅਦ ਪਹਿਲਾਂ ਬਣੀ, ਉਹਦੇ 4 ਮੈਂਬਰਾਂ 'ਚੋਂ 2 ਇਹ ਸਿਮਰਜੀਤ ਤੇ ਇਹਦਾ ਭਰਾ ਸੀ ਮੈਂਬਰ, ਤੇ 2 ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਸੀ। ਆਵਾਜ਼ੇ ਪੰਜਾਬ ਪਾਰਟੀ ਸੀ। ਹੁਣ ਇੱਕ ਸਵਾਲ ਇਹ ਬੜਾ ਸਪਸ਼ਟ ਉੱਠਦਾ ਹੈ ਕਿ ਸਿੱਧੂ ਸਾਹਿਬ ਤੁਸੀਂ ਕਾਂਗਰਸ ਦੇ ਪ੍ਰਧਾਨ ਬਣ ਗਏ, ਤੁਹਾਡੀ ਪੰਜਾਬ 'ਚ ਸਰਕਾਰ ਹੈ, ਇਹ ਸਰਕਾਰ ਕਿਉਂ ਨਹੀਂ ਇਨਸਾਫ ਦੇ ਰਹੀ, ਤੇ ਆਪਣਾ ਮੂੰਹ ਜਿਹੜੇ ਕਦੇ ਚੁੱਪ ਨਹੀਂ ਰਹਿੰਦੇ ਆਪਾਂ ਮੂੰਹ ਬੁੱਲ ਕਿਉਂ ਸੀ ਲਏ, ਕੀ ਦਰਦ ਹੈ ਸਿਮਰਜੀਤ ਸਿੰਘ ਬੈਂਸ ਨਾਲ, ਤੁਹਾਤੋਂ ਪਰਮਿਸ਼ਨ ਲੈ ਕੇ ਇਹ ਕੰਮ ਹੋਏ ਸਾਰੇ, ਕਿਉਂ ਨਹੀਂ ਇਹਨਾਂ ਤੇ ਕਾਰਵਾਈ ਹੋ ਰਹੀ, ਸਰਕਾਰ ਨੂੰ ਜਵਾਬ ਦੇਣਾ ਪਊਗਾ। ਦੂਸਰਾ, ਸਾਡੇ ਮੰਤਰੀ ਜੀ ਆਸ਼ੂ ਜੀ, ਉਹਨਾਂ ਦਾ ਰਿਸ਼ਤੇਦਾਰ ਹੈ ਇਹਦਾ ਸਿਮਰਜੀਤ ਸਿੰਘ ਬੈਂਸ ਦਾ PA ਹੈ, ਮੁਲਜ਼ਮ ਵੀ ਆ ਵਿੱਚ। ਹੁਣ ਦੱਸੋ ਮਮਤਾ ਕਿਉਂ ਰੌਲਾ ਪਾਉਂਦੀ ਹੈ, ਜੇ ਕਿਤੇ ਉਹ ਬੋਲ ਨਾ ਦੇਵੇ ਕੁਛ। ਦੇਖੋ ਪੰਜਾਬੀ ਦੀ ਕਹਾਵਤ ਹੈ ਕਿ ਬੱਕਰੇ ਦੀ ਮਾਂ ਕਿੰਨੀ ਦੇਰ ਖੈਰ ਮਨਾਊਗੀ, ਰੱਬ ਦੀਆਂ ਚੱਕੀਆਂ ਚੱਲਦੀਆਂ ਹੌਲੀ ਨੇ ਪਰ ਪੀਂਦੀਆਂ ਬੜਾ ਬਰੀਕ ਨੇ, ਹੁਣ ਉਹ ਬਰੀਕ ਪੀਆ ਜਾ ਰਿਹਾ। ਹੁਣ ਅੱਜ ਸਾਰਾ ਵਿਸਤਾਰ 'ਚ ਜੱਜਮੈਂਟ ਦੇ ਸਿਲਸਿਲੇ 'ਚ ਢਾਂਡਾ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ, ਮੈਂ ਇੱਕੋ ਗੱਲ ਕਹਿ ਕੇ ਗੱਲ ਖਤਮ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਪੁਲਿਸ ਨਿਜ਼ਾਮ ਲੁਧਿਆਣਾ ਤੋਂ, ਕਮਿਸ਼ਨਰ ਪੁਲਿਸ ਤੋਂ ਲੁਧਿਆਣਾ ਤੋਂ ਮੰਗ ਕਰਦਾ ਹੈ, ਬਹੁਤ ਮਦਦ ਕਰ ਲਈ ਤੁਸੀਂ ਕਮਿਸ਼ਨਰ ਸਾਹਿਬ, ਹੁਣ ਤਰਸ ਕਰੋ ਉਸ ਗਰੀਬ ਔਰਤ 'ਤੇ, ਤੁਰੰਤ ਗ੍ਰਿਫਤਾਰੀ ਕਰਕੇ 1 ਹਫ਼ਤੇ ਦੇ ਅੰਦਰ ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਕਰੋ। ਇਸ ਸਾਰੇ ਐਪੀਸੋਡ ਦੇ ਵਿੱਚ ਦਿਨਕਰ ਗੁਪਤਾ ਉਸ ਕੁਰਸੀ ਤੇ ਬੈਠਣ ਦੇ ਲਾਇਕ ਨਹੀਂ। ਅੱਜ ਦਿਨਕਰ ਗੁਪਤਾ ਜੀ ਨੂੰ ਮੈਂ ਮਿਲ ਕੇ ਕਹਿ ਕੇ ਆਇਆ ਸੀ, ਤੇ ਮੈਂ ਕਿਹਾ ਸੀ ਮੈਂ ਚੀਕਾਂ ਮਾਰ-ਮਾਰ ਤੁਹਾਡੇ ਖਿਲਾਫ ਬੋਲੂੰਗਾ ਜੇ ਤੁਸੀਂ ਇਨਸਾਫ ਨਾ ਦਿੱਤਾ। ਇਹ ਲੁਧਿਆਣਾ ਪੁਲਿਸ ਨੂੰ ਬੇਬਸ ਕਰਨ ਵਾਲੇ ਦਿਨਕਰ ਗੁਪਤਾ ਜੀ ਹੈ, ਦਿਨਕਰ ਗੁਪਤਾ ਜੀ ਨੂੰ ਬੇਬਸ ਕਰਨ ਵਾਲਾ ਭਾਰਤ ਭੂਸ਼ਣ ਆਸ਼ੂ ਹੈ। ਇਹ 2 ਬੰਦੇ ਜ਼ਿੰਮੇਦਾਰ ਬੰਦੇ ਜਿਨ੍ਹਾਂ ਨੇ ਨੇਮ ਚੁੱਕਿਆ ਹੋਇਆ ਕਨਸਟੀਟਿਊਸ਼ਨ ਦਾ, ਉਹਨਾਂ ਨੇ ਉਹਦੀ ਕੁਤਾਈ ਕੀਤੀ ਹੈ ਤੇ ਸੰਵਿਧਾਨ ਦੇ ਝੂਠੇ ਸਾਬਤ ਹੋਏ। ਦਿਨਕਰ ਗੁਪਤਾ ਜੀ ਉਸ ਕੁਰਸੀ ਦੇ ਲਾਇਕ ਅੱਜ ਨਹੀਂ ਰਹੇ। ਦਿਨਕਰ ਗੁਪਤਾ ਜੀ ਪੰਜਾਬ ਦੀ ਇੱਕ ਬੇਬਸ ਔਰਤ ਜਿਹਦੇ ਨਾਲ ਜ਼ਬਰ ਗੁਨਾਹ ਕੀਤਾ ਜਾਵੇ, ਕਰਨ ਵਾਲਾ ਵੀ MLA ਹੋਵੇ, ਉਹਨੂੰ ਇਨਸਾਫ ਨਾ ਦੇ ਕੇ ਪੁਲਿਸ ਨੇ ਰਲ ਕੇ
ਜਿੰਨੇ ਸਬੂਤ ਸੀ ਉਹ ਨਸ਼ਟ ਕਰਨ 'ਚ ਮੁਲਜ਼ਮ ਦੀ ਮਦਦ ਕਰਦੇ ਹੋਏ ਆਪਣੇ ਆਪ ਨੂੰ ਮੁਲਜ਼ਮਾਂ ਦੀ ਸ਼ਮਾਲੀਅਤ ਦੇ ਵਿੱਚ ਖੜਾ ਕਰ ਲਿਆ, ਦਾਖਲ ਕਰ ਲਿਆ। ਭਾਰਤ ਭੂਸ਼ਣ ਆਸ਼ੂ ਨੇ ਓਪਨ ਸਪੋਰਟ ਕੀਤੀ ਹੈ ਤੇ ਉਹਨਾਂ ਦੀ ਧਰਮ ਪਤਨੀ ਮਮਤਾ ਜੀ ਜਿਹੜੀ ਖੁੱਲੀ ਛੱਡੀ ਹੋਈ ਹੈ, ਥਾਣੇ 'ਚ ਜਾ ਕੇ ਉਬਲੀ ਸੀਗੀ, ਉੱਥੇ ਸਾਡੇ ਲੀਡਰ ਸਾਹਿਬਾਨ ਦੇ ਨਾਲ ਬੈਠ ਕੇ ਉਹਨੇ ਕਬੂਲ ਕੀਤਾ ਹੈ ਕਿ ਆਸ਼ੂ ਦੇ ਉਹਦੇ ਨਾਲ ਸੰਬੰਧ ਹੈ, ਆਸ਼ੂ ਦੀ ਉਹਦੇ ਨਾਲ ਮਿੱਤਰਤਾ ਹੈ, ਪਰ ਇਸ ਗੱਲ ਤੋਂ ਮੁੱਕਰਨਾ ਕਿ ਉਸ ਮਿੱਤਰਤਾ ਦੇ ਚੱਲਦੇ ਉਹਨੇ ਮਦਦ ਨਹੀਂ ਕੀਤੀ, ਇਹ ਸਰਾਸਰ ਝੂਠ ਹੈ। ਦੁਨੀਆ ਜਾਣਦੀ ਹੈ, ਪੂਰਾ ਪੰਜਾਬ ਜਾਣਦਾ ਹੈ ਕਿ ਭਾਰਤ ਭੂਸ਼ਣ ਦੀ ਸ਼ੈ ਦੇ ਨਾਲ ਹੀ ਇਹ ਹੋ ਰਿਹਾ ਹੈ ਤੇ ਮੈਂ ਤਾਂ ਇਹ ਸਮਝਦਾ ਕਿ ਭਾਰਤ ਭੂਸ਼ਣ ਦੀ ਸ਼ੈ ਨੇ ਪੰਜਾਬ ਦੀ ਸਮੂਹ ਔਰਤਾਂ ਦੇ ਨਾਲ ਬਹੁਤ ਬੜਾ ਗੁਨਾਹ ਕੀਤਾ ਹੈ। ਜੀ ਅੱਜ ਕੋਰਟ ਨੇ ਬੜਾ ਵੱਡਾ ਫੈਸਲਾ ਲਿਆ ਹੈ ਤੇ ਹੁਣ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਫੈਸਲੇ ਨੂੰ? ਇਹ ਸ਼ੁਰੂਆਤ ਹੈ। ਮੈਂ ਤਾਂ ਹਮੇਸ਼ਾ ਦੱਸਦਾ ਜਿਵੇਂ ਪੰਜਾਬੀ ਦੀ 35 ਹੈ, ਹਲੇ ਅਸੀਂ ਊੜਾ ਆੜਾ ਤੇ ਈੜੀ ਤੇ ਪਹੁੰਚੇ ਹਾਂ, ਪਰ ਉਹ ਦਿਨ ਵੀ ਦਿਖਾਊਂਗਾ ਜਿੱਦਣ ਆਖਰੀ ਫੈਸਲਾ ਆਊਗਾ ਤੇ ਸਜ਼ਾ ਮਿਲੂਗੀ। ਇਹ ਉਦੋਂ ਤੱਕ ਮੈਂ ਚੁੱਪ ਬੈਠਣ ਵਾਲਾ ਨਹੀਂ ਹੈ। ਐਂਡ ਮੈਨੂੰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਮੇਰੀ ਲੜਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੇਰਾ ਸਦਾ ਸਾਥ ਦਿੱਤਾ ਹੈ, ਮੇਰੇ ਨਾਲ ਚੱਲੇ ਹੈ ਤੇ ਅੱਜ ਵੀ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਤੇ ਸਾਰੇ ਸਾਡੇ ਲੀਡਰ ਇੱਥੇ ਹਾਜ਼ਰ ਹੈ। ਅਸੀਂ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ, ਤੁਹਾਨੂੰ ਡਰਨ ਦੀ ਲੋੜ ਨਹੀਂ। ਅਸੀਂ ਜਿਸ ਕਿਸੇ ਨਾਲ ਧੱਕਾ ਹੁੰਦਾ ਹੈ ਉਹਦਾ ਸਾਥ ਦੇਵਾਂਗੇ ਤੇ ਬੇਨਤੀ ਕਰੂੰਗਾ ਸਮੂਹ ਭੈਣਾਂ ਨੂੰ ਖੁੱਲ੍ਹ ਕੇ ਬਾਹਰ ਆਓ, ਜਿਹੜਾ ਤੁਹਾਡੇ ਨਾਲ ਧੱਕਾ ਕਰਦਾ ਹੈ ਉਹਦੇ ਨਾਲ ਰੱਜ ਕੇ ਕੰਪਲੇਂਟ ਕਰੋ, ਅਸੀਂ ਤੁਹਾਡੇ ਨਾਲ ਖੜਾਂਗੇ। ਕੋਰਟ ਨੇ ਅੱਜ ਜਿਹੜਾ ਉਹਨਾਂ ਨੇ ਚੈਲੰਜ ਕੀਤਾ ਸੀਗਾ 2 ਆਰਡਰਸ ਨੂੰ, ਕੋਰਟ ਨੇ ਕਲੀਅਰ ਕੱਟ ਕਿਹਾ ਕਿ ਦੋਨੇ ਆਰਡਰ ਵਿਦਨ ਦੀ ਪੈਰਾਮੀਟਰਸ ਆਫ ਲਾਅ ਹੈ, ਐਸਟੈਬਲਿਸ਼ਡ ਲਾਅ ਦੇ ਨਾਲ ਮੇਲ ਖਾਂਦੇ ਹੈ ਤੇ ਜਿਹੜੀ ਉਹਨਾਂ ਨੇ ਇੰਪ੍ਰੋਪਰੀਏਟਰੀ ਦੀ ਗੱਲ ਕੀਤੀ ਸੀ, ਕੋਰਟ ਨੇ ਕਿਹਾ ਬਿਲਕੁਲ ਨਹੀਂ, ਇਹ ਮੈਜਿਸਟ੍ਰੇਟ ਸਾਹਿਬ ਦੇ ਪੂਰੇ ਉਹਨਾਂ ਦੇ ਰਾਈਟਸ ਦੇ ਅੰਡਰ ਹੈ, ਉਹਨਾਂ ਦੀ ਡਿਊਟੀਜ਼ ਦੇ ਅੰਡਰ ਹੈ ਤੇ ਪੂਰਾ A ਕਲਾਸ ਆਰਡਰ ਕੀਤਾ ਹੈ, ਰਾਦਰ ਉਸ ਆਰਡਰ ਦੀ ਪ੍ਰੋੜਤਾ ਕੀਤੀ। ਇਹਨਾਂ ਰਾਜ ਨਹੀਂ ਕੀਤਾ, ਗੁੰਡਾਗਰਦੀ ਕੀਤੀ ਹੈ, ਬਿਜਲੀ ਚੋਰੀ ਕੀਤੀ ਆ, ਨਜਾਇਜ਼ ਕਬਜ਼ੇ ਕੀਤੇ ਨੇ ਲੋਕਾਂ ਦੀਆਂ ਪ੍ਰਾਪਰਟੀਆਂ ਤੇ। ਰਾਜ ਤਾਂ ਉਹ ਕਹਿੰਦੇ ਜੇ ਲੋਕਾਂ ਦੀ ਸੇਵਾ ਕੀਤੀ ਹੋਵੇ। ਇਹ ਜਦੋਂ ਕਿ ਹਾਲੀ ਐਪਲੀਕੇਸ਼ਨ ਆਈ ਸੀ ਉਹ ਬੀਬਾ ਦੀ, ਇਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਉਹਦੇ ਵਿੱਚ ਸੀਗੇ ਸਾਰੇ ਜਾਣੇ। ਇਹ ਕਹਿੰਦੇ ਥੋੜੇ ਦਿਨਾਂ 'ਚ ਸੱਚ ਪ੍ਰਗਟ ਹੋ ਜਾਊਗਾ, ਐ ਉੱਚੀਆਂ ਉੱਚੀਆਂ ਬਾਹਾਂ ਕਰਕੇ ਕਹਿੰਦਾ ਸੀ ਨਾ ਤੇ ਮੈਨੂੰ ਇਹ ਥੋੜੇ ਦਿਨਾਂ 'ਚ ਸੱਚ ਪ੍ਰਗਟ ਹੋ ਗਿਆ ਤੇ ਹੋਰ ਬਾਕੀ ਸੱਚ ਵੀ ਬਾਹਰ ਆਉਣ ਵਾਲਾ। ਇਹ ਲੋਕਾਂ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਸਕੂਲਾਂ ਦੀਆਂ ਫੀਸੀਆਂ ਨਹੀਂ ਦੇ ਸਕਦੇ, ਅੱਜ ਅਰਬਾਪਤੀ ਕਿੱਥੋਂ ਬਣ ਗਏ। ਇਸ ਕਰਕੇ ਮੈਂ ਤਾਂ ਸਮਝਦਾ ਜਿੱਥੇ ਰਾਲ ਕੇਸ ਇਹਨਾਂ ਦੀ CBI ਇਨਕੁਆਇਰੀ ਵੀ ਹੋਣੀ ਚਾਹੀਦੀਆਂ, ਜਿੰਨੀਆਂ ਪ੍ਰਾਪਰਟੀਆਂ ਬਣਾਈਆਂ ਇਹਨਾਂ ਨੇ, ਜਿੰਨੀਆਂ ਪ੍ਰਾਪਰਟੀਆਂ ਬਣਾਈਆਂ, ਜਿੰਨੀਆਂ ਚੋਰੀਆਂ ਕੀਤੀਆਂ। ਲੋਕ ਇੱਥੇ ਇਹ ਵੀ ਅੰਡਰਸਟੇਟ ਨੇ, ਸਾਰੇ ਬੈਠੇ, ਇਹਨਾਂ ਪੁੱਛ ਲਓ ਕਿੰਨੀ ਕੁ ਤਰੱਕੀ ਕਰ ਸਕੇ ਨੇ। ਇਹਨਾਂ ਰਾਤੋਂ ਰਾਤ ਇੰਨੀਆਂ ਜ਼ਮੀਨਾਂ, ਇਹਨੇ ਕਾਰੋਬਾਰ, ਵੱਡੀਆਂ ਕੋਠੀਆਂ, ਹਵਾਈ ਜਹਾਜ਼, ਉੱਤੇ ਹੈਲੀਕਾਪਟਰ ਉਤਰਨ ਵਾਸਤੇ ਬਣਾਇਆ, ਕਿੱਥੋਂ ਆ ਗਿਆ ਪੈਸਾ। ਇਸ ਕਰਕੇ ਮੈਂ ਸਮਝਦਾ ਕਿ ਅੱਜ ਸੱਚ ਪ੍ਰਗਟ ਹੋ ਗਿਆ। ਜਿਹੜਾ ਕਹਿੰਦਾ ਇਹ ਥੋੜੇ ਦਿਨਾਂ 'ਚ ਪ੍ਰਗਟ ਹੋਊਗਾ, ਹੋ ਗਿਆ, ਤੇ ਬਾਕੀ ਰਹਿੰਦਾ ਵੀ ਸੱਚ ਅਗਲੇ ਦਿਨਾਂ 'ਚ ਪ੍ਰਗਟ ਹੋ ਜਾਊਗਾ। ਜਿਹੜੀ ਪੁਲਿਸ ਆ ਪੰਜਾਬ ਲੁਧਿਆਣੇ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ, ਹਾਈ ਕੋਰਟ ਦੇ ਆਰਡਰਾਂ ਦੇ ਬਾਵਜੂਦ ਉਸ ਮੁਜਰਮ ਨੂੰ ਗ੍ਰਿਫਤਾਰ ਨਹੀਂ ਕਰਦੀ, ਫਿਰ ਅਸੀਂ ਪਾਰਟੀ ਪੱਧਰ ਤੇ ਫੈਸਲਾ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦੁਬਾਰਾ ਕੋਈ ਐਸਾ ਐਕਸ਼ਨ ਕਰਾਂਗੇ, CP ਸਾਹਿਬ ਦੇ ਦਫ਼ਤਰ ਨੂੰ ਘੇਰਨ ਦਾ ਜਾਂ ਕੋਈ ਹੋਰ ਜੋ ਵੀ ਸਾਡੀ ਪਾਰਟੀ ਫੈਸਲਾ ਕਰੂਗੀ ਉਹਦੇ ਮੁਤਾਬਕ ਕਰਾਂਗੇ। ਪਰ ਇੱਕ ਗੱਲ ਜ਼ਰੂਰ ਆ, ਕਿਉਂਕਿ ਰਾਜਨੀਤੀ ਦੇ ਵਿੱਚ ਅਸੀਂ ਵੀ ਆ, ਇਹਨਾਂ ਦੇ ਇਸ ਕਾਰਨਾਮੇ ਨੇ ਸਾਡੇ ਸਾਰੇ ਰਾਜਨੀਤਿਕ ਲੋਕਾਂ ਦੇ ਉੱਤੇ ਇੱਕ ਐਸੀ ਸ਼ੱਕ ਦਾ ਨਜ਼ਰੀਆ ਬਣਾਤਾ ਲੋਕਾਂ ਦਾ ਵੀ ਇਹ ਕਿਸ ਤਰ੍ਹਾਂ ਦੇ ਲੋਕ ਨੇ। ਹਰੇਕ ਬੰਦਾ ਸ਼ੱਕੀ ਬਣਾਤਾ ਇਹਨਾਂ ਨੇ, ਕਿਉਂਕਿ ਇਹ ਗੱਲਾਂ ਬਹੁਤ ਵੱਡੀਆਂ ਕਰਦੇ ਸੀ ਜਦੋਂ ਇਹ ਰਾਜਨੀਤੀ 'ਚ ਆਏ ਨੇ ਜਾਂ MLA ਬਣੇ ਨੇ। ਉਦੋਂ ਇਹ ਗੱਲਾਂ ਕਰਦੇ ਸੀ ਵੀ ਅਸੀਂ 117 MLA ਨੂੰ ਸਿਖਾਵਾਂਗੇ ਰਾਜਨੀਤੀ, ਆਦਰਸ਼ ਸਿਖਾਵਾਂਗੇ, ਵੱਡੀਆਂ ਗੱਲਾਂ ਕਰਦੇ ਸੀ। ਪਰ ਹੁਣ ਸਾਨੂੰ ਆਪਣੇ ਆਪ ਅਸੀਂ ਮਹਿਸੂਸ ਕਰਦੇ ਹਾਂ ਵੀ ਯਾਰ ਲੋਕ ਸਾਨੂੰ ਵੀ ਇਸ ਤਰ੍ਹਾਂ ਹੀ ਸੋਚਦੇ ਹੋਣਗੇ, ਸਾਡੇ ਬਾਰੇ ਵੀ ਇਹੀ ਕੋਈ ਵਿਚਾਰ ਕਰਦੇ ਹੋਣਗੇ। ਸਾਨੂੰ ਸਾਰਿਆਂ ਨੂੰ ਇਹਨਾਂ ਨੇ ਉਸ ਦਾਇਰੇ ਦੇ ਵਿੱਚ ਜਾਂ ਉਸ ਵਿੱਚ ਰਸੇ ਨਾਲ ਬੰਨ੍ਹ ਦਿੱਤਾ ਜਿਹੜਾ ਸ਼ੱਕ ਦੀ ਸੂਈ ਵਾਲਾ। ਸਾਨੂੰ ਇਸ ਗੱਲ ਦਾ ਅਫਸੋਸ ਆ ਤੇ ਮੈਂ ਵੀ ਇਹ ਪਹਿਲਾਂ ਵੀ ਕਹੀ ਸੀ ਵੀ ਇਹਨਾਂ ਨੂੰ ਅੱਜ ਮਾਨਯੋਗ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਰਿਜ਼ਾਈਨ ਕਰਕੇ ਸਰੈਂਡਰ ਕਰਨਾ ਚਾਹੀਦਾ ਔਰ ਸੱਚ ਜਿਹੜਾ ਹੈਗਾ ਸਾਹਮਣੇ ਲਿਆ ਕੇ, ਜੇ ਇਹਨਾਂ ਨੂੰ ਅਦਾਲਤ ਕੱਲ੍ਹ ਨੂੰ ਬਰੀ ਕਰਦੀ ਆ ਫਿਰ ਦੁਬਾਰਾ ਇਲੈਕਸ਼ਨ ਲੜ ਲੈਣ, ਉਹਨਾਂ ਚਿਰ ਇਹਨਾਂ ਨੂੰ ਰਿਜ਼ਾਈਨ ਕਰਕੇ ਸਰੈਂਡਰ ਕਰਨਾ ਚਾਹੀਦਾ।